ਤਖ਼ਤ ਚਵਰ ਛਤਰ ਦੇ ਮਾਲਕ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰਾਂ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਿਆ। ਸਜ ਰਹੇ ਦੀਵਾਨ ਵਿੱਚ ਆਪ ਸਭ ਸੰਗਤ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਨਿਤਨੇਮ ਸੇਵਾ ਸਿਮਰਨ ਵਿੱਚ ਜੁੜ ਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ। ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਮਹਾਰਾਜ ਭਜਨ ਕਰਦੇ ਕੇਵਲ ਦਰਸ਼ਨ ਕਰਨ ਦੇ ਨਾਲ ਮੁਕਤੀ ਨਹੀਂ ਹੁੰਦੀ, ਜਿੰਨਾ ਸਮਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਾ ਕਰੇ। ਸਤਿਗੁਰੂ ਮਹਾਰਾਜ ਜੀ ਨੇ ਇਹ ਸਾਨੂੰ ਸਤ ਸੰਗਤ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਦੀ ਕਥਾ ਸੁਣਨ ਦਾ ਸੁਭਾਗ ਬਖਸ਼ਿਆ। ਸ੍ਰੀ ਜਪਜੀ ਸਾਹਿਬ ਬਾਣੀ ਦੀ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ। 35 ਨੰਬਰ ਪੌੜੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਬਖਸ਼ ਰਹੇ ਹਨ। ਸਭ ਸੰਗਤਾਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜ ਕਰਕੇ ਰਸਨਾ ਪਵਿੱਤਰ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਆਪ ਜੀ ਨੇ ਧਰਮ ਖੰਡ ਦੇ ਵਿੱਚ ਜਿਹੜੇ ਕਰਮਕਾਂਡੀ ਹਨ ਉਹਨਾਂ ਬਾਰੇ ਦੱਸਣਾ ਕੀਤਾ ਹੈ। ਹੁਣ ਗਿਆਨ ਖੰਡ ਬਾਰੇ ਸਾਨੂੰ ਦੱਸਣਾ ਕਰੋ। ਸਤਿਗੁਰੂ ਮਹਾਰਾਜ ਬਚਨ ਕਰਦੇ, ਧਰਮ ਖੰਡ ਕਾ ਇਹੋ ਧਰਮ। ਸਿੱਧੋ, ਜਿਹੜਾ ਤੁਹਾਨੂੰ ਅਸੀਂ ਪਹਿਲਾਂ ਉਪਦੇਸ਼ ਬਖਸ਼ਿਆ ਹੈ ਕਿ ਧਰਮ ਖੰਡ ਦੇ ਵਿੱਚ ਜਿਹੜੇ ਜੀਵ ਕਰਮ ਕਰਦੇ ਨੇ, ਕਰਮ ਕਰਨ ਦੇ ਨਾਲ ਹਿਰਦੇ ਦੇ ਵਿੱਚ ਧਰਮ ਦੇ ਸੰਸਕਾਰ ਪੈਦਾ ਹੋ ਜਾਂਦੇ। ਧਰਮ ਅਰਥ ਹੈ ਸੁਭਾਅ ਦਾ। ਜਿਹੜਾ ਮਨ ਦਾ ਸੁਭਾਅ ਹੈ ਉਹ ਸਰਲ ਹੋ ਜਾਂਦਾ ਹੈ। ਮਨ ਦੇ ਅੰਦਰ ਧਰਮ ਦੇ ਸੰਸਕਾਰ ਜਨਮ ਲੈ ਲੈਂਦੇ।
ਧਰਮ ਖੰਡ ਕਾ ਇਹੋ ਧਰਮ। ਖੰਡ ਨਾਮ ਹੁੰਦਾ ਹਿੱਸੇ ਦਾ। ਜਿਹੜਾ ਮਨ ਹੈ ਉਹਦੇ ਵਿੱਚ ਧਰਮ ਦਾ ਹਿੱਸਾ ਬਣ ਜਾਂਦਾ ਹੈ। ਜੀਵਨ ਦੇ ਅੰਦਰ ਜਦੋਂ ਜੀਵ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਿਆਂ ਉਹਦੇ ਜੀਵਨ ਦੇ ਵਿੱਚ ਪਹਿਲੀ ਅਵਸਥਾ ਹੈ ਧਰਮ ਖੰਡ। ਜਿੱਥੇ ਮਹਾਰਾਜ ਨੇ ਬਚਨ ਕੀਤੇ ਹਨ, ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ੍ਰੇਸ਼ਟ ਧਰਮ ਪਰਮੇਸ਼ਰ ਦਾ ਨਾਮ ਜਪਣਾ ਹੈ। ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੇ ਹਿਰਦੇ ਵਿੱਚ ਧਰਮ ਕਾਇਮ ਹੋ ਜਾਂਦਾ ਹੈ, ਨਿਤਨੇਮ ਵਿੱਚ ਪ੍ਰਪੱਕ ਹੋ ਜਾਂਦੇ ਨੇ। ਗੁਣਾਂ ਨੇ ਹਿਰਦੇ ਵਿੱਚ ਘਰ ਕਰ ਲੈਣਾ ਕੀਤਾ ਹੈ, ਗੁਣ ਹਿਰਦੇ 'ਚ ਆ ਕੇ ਵਸ ਗਏ ਨੇ। ਫਿਰ ਗੁਣਾਂ ਕਰਕੇ ਭਗਤੀ ਹੁੰਦੀ ਹੈ। ਪਰਮੇਸ਼ਰ ਦੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਵਿਣ ਗੁਣ ਕੀਤੇ ਭਗਤ ਨਾ ਹੋਵੇ। ਤੇ ਗੁਣ ਧਾਰਨ ਕਰਕੇ ਹੀ ਮਨ ਦੇ ਵਿੱਚੋਂ ਹਉਮੈ ਦੀ ਮੈਲ ਦੂਰ ਹੁੰਦੀ ਹੈ। ਕਾਰਨ ਗਿਆਨ ਖੰਡ ਕਾ ਆਖੋ ਕਰਮ, ਹੁਣ ਅਸੀਂ ਤੁਹਾਡੇ ਤਾਈਂ ਗਿਆਨ ਖੰਡ ਦਾ ਕਰਮ ਦੱਸਣ ਲੱਗੇ ਹਾਂ। ਜਿਹੜੇ ਗਿਆਨ ਖੰਡੀ ਹਨ, ਗਿਆਨ ਖੰਡ ਦੇ ਵਿੱਚ ਜਿਨ੍ਹਾਂ ਦਾ ਮਨ ਪਹੁੰਚ ਜਾਂਦਾ ਹੈ, ਉਹਨਾਂ ਨੂੰ ਫਿਰ ਵਾਹਿਗੁਰੂ ਵੱਲੋਂ ਜੋ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਉਹ ਤੁਹਾਨੂੰ ਦੱਸਦੇ ਆ। ਗਿਆਨ ਖੰਡ ਕਾ ਆਖੋ ਕਰਮ। ਜਿਹੜੇ ਗਿਆਨ ਖੰਡ ਦੇ ਵਿੱਚ ਗੁਰਮੁਖ ਹਨ, ਜਦੋਂ ਹਿਰਦੇ ਵਿੱਚ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ, ਗੁਰ ਕੋ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਤਾਂ ਅੰਦਰੋਂ ਹੀ ਸਭ ਕੁਝ ਪ੍ਰਤੱਖ ਜੋ ਬ੍ਰਹਮੰਡੇ ਸੋਈ ਪਿੰਡੇ ਆਪਣੇ ਅੰਦਰ ਹੀ ਦਿਸ ਪੈਂਦਾ ਹੈ। ਬਾਹਰ ਵੀ ਪ੍ਰਤੱਖ ਉਸ ਨੂੰ ਕੇਤੇ ਪਵਨ ਪਾਣੀ ਬਹਿ ਸੰਤਰ, ਕੇਤੇ ਕਾਨ ਮਹੇਸ਼। ਕਿੰਨੇ ਹੀ ਪਵਨ ਜੋ ਹਵਾ ਨਜ਼ਰ ਆ ਜਾਂਦੀਆਂ ਨੇ, ਕਿੰਨੇ ਤਰ੍ਹਾਂ ਦੀ ਹਵਾ ਹੈ। ਔਰ ਜਿਹੜੀ ਹਵਾ ਹੈ ਇਹਦੇ ਵਿੱਚ ਕਿੰਨੇ ਰੂਪ ਨੇ। ਕਦੇ ਹਵਾ ਤੇਜ਼ ਵਗਦੀ ਹੈ, ਕਦੇ ਹੌਲੀ ਵਗਦੀ ਹੈ, ਕਦੇ ਠੰਡੀ ਹੁੰਦੀ ਹੈ, ਕਦੇ ਗਰਮ ਲੋ ਬਣ ਜਾਂਦੀ ਹੈ, ਕਦੇ ਸੁਗੰਧੀ ਵਾਲੀ, ਕਦੇ ਦੁਰਗੰਧੀ ਵਾਲੀ ਹੁੰਦੀ ਹੈ। ਸਰੀਰਾਂ ਵਿੱਚ ਕਿੰਨੇ ਤਰ੍ਹਾਂ ਦੀ ਹਵਾ ਹੈ ਪ੍ਰਾਣਾਂ ਦੇ ਰੂਪ ਵਿੱਚ। ਇਸੇ ਤਰ੍ਹਾਂ ਹੀ ਜਿਹੜੀ ਆਕਾਸ਼ ਦੇ ਵਿੱਚ ਹਵਾ ਹੈ, ਕਿੰਨੇ ਤਰ੍ਹਾਂ ਦੀ ਹਵਾ ਪਵਨ ਉਹਨਾਂ ਨੂੰ ਨਜ਼ਰ ਆ ਜਾਂਦੀ। ਪਾਣੀ, ਫਿਰ ਪਾਣੀ ਕਿੰਨੇ ਤਰ੍ਹਾਂ ਦਾ ਹੈ। ਕਾਲਾ ਪਾਣੀ, ਇੱਕ ਚਿੱਟਾ ਪਾਣੀ ਹੁੰਦਾ, ਇੱਕ ਨੀਲਾ ਪਾਣੀ ਹੁੰਦਾ, ਖਾਰਾ ਪਾਣੀ, ਮਿੱਠਾ ਪਾਣੀ, ਸਲੂਣਾ, ਫਿੱਕਾ, ਕਲਰ ਵਾਲਾ, ਕਿੰਨੇ ਤਰ੍ਹਾਂ ਦਾ ਪਾਣੀ ਹੈ। ਇਹ ਵੀ ਉਹਨਾਂ ਨੂੰ ਕਿੰਨੇ ਤਰ੍ਹਾਂ ਦਾ ਬੇਅੰਤ ਹੀ ਦਿਸ ਆਉਂਦਾ। ਵੈ ਸੰਤਰ। ਤੇ ਜਿਹੜੀ ਅੱਗ ਹੈ ਉਹ ਕਿੰਨੇ ਤਰ੍ਹਾਂ ਦੀ ਹੈ। 4 ਤਰ੍ਹਾਂ ਦੀ ਅੱਗ ਮੁੱਖ ਮੰਨੀ ਜਾਂਦੀ ਹੈ। ਇੱਕ ਤਾਂ ਸਮਾਨ ਅਗਨੀ, ਜਿਹੜੀ ਸਾਰੀਆਂ ਲੱਕੜਾਂ ਵਿੱਚ ਹੁੰਦੀ ਹੈ।
ਇੱਕ ਜਠਰ ਅਗਨੀ ਜਿਹੜੀ ਪੇਟ ਵਿੱਚ ਭੋਜਨ ਨੂੰ ਹਾਜ਼ਮ ਕਰਦੀ ਹੈ, ਇੱਕ ਡੌ ਅਗਨੀ ਜਿਹੜੀ ਸਾਧ ਸੰਗਤ ਬ੍ਰਿਛਾਂ ਦੇ ਰਗੜਨ ਕਰਕੇ ਜੰਗਲ ਦੇ ਵਿੱਚ ਲੱਗਦੀ ਹੈ, ਉਹਨੂੰ ਡੌ ਅਗਨੀ ਕਹਿੰਦੇ ਨੇ। ਇਸ ਤਰ੍ਹਾਂ ਹੀ ਦਾਵਾ ਨਲ ਅਗਨੀ ਜਿਹੜੀ ਸਮੁੰਦਰਾਂ ਦੇ ਵਿੱਚ ਲੱਖਾਂ ਮਨ ਪਾਣੀ ਨੂੰ ਭਾਫ ਬਣਾ ਦਿੰਦੀ ਹੈ, ਸਾੜ ਦੇਣਾ ਕਰਦੀ ਹੈ। ਬਿਜਲੀ ਦੇ ਨਾਲ, ਆਕਾਸ਼ੀ ਬਿਜਲੀ ਕਰਕੇ ਵੀ ਅੱਗਾਂ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਸੂਰਜ ਦੇ ਪ੍ਰਕਾਸ਼ ਵਿੱਚ ਵੀ ਅੱਗ ਹੁੰਦੀ ਹੈ। ਜਦੋਂ ਸੀਸੇ ਦੇ ਨਾਲ ਕਿਤੇ ਪ੍ਰਕਾਸ਼ ਇਕੱਠਾ ਪੈ ਜਾਂਦਾ, ਫਿਰ ਅੱਗ ਲੱਗ ਜਾਂਦੀ ਹੈ। ਇਸ ਤਰ੍ਹਾਂ ਹੀ ਈਰਖਾ ਦੀ ਅੱਗ ਹੈ, ਨਰਕਾਂ ਦੀ ਅੱਗ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬੇਅੰਤੀ ਤਰ੍ਹਾਂ ਦੀ ਅੱਗ ਪੈਦਾ ਕੀਤੀ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਜਿਹੜਾ ਮਨ ਦੇ ਵਿੱਚ ਹੰਸ ਹਉਮੈ ਕਰਨੀ ਹੈ, ਮੋਹ ਕਰਨਾ ਹੈ, ਲੋਭ ਕਰਨਾ, ਕੋਪ ਗੁੱਸਾ, ਇਹ ਵੀ ਅੱਗਾਂ ਨੇ, ਚਾਰ ਤਰ੍ਹਾਂ ਦੀਆਂ ਨਦੀਆਂ। ਇਸੇ ਤਰ੍ਹਾਂ ਹੀ ਮਹਾਰਾਜ ਭਜਨ ਕਰਦੇ ਦਾਵਾ ਨਲ ਅਗਨ, ਜਿਹਨੇ ਬਹੁਤ ਜੀਵਨ ਸਾੜੇ ਹੋਏ ਨੇ ਵਿਕਾਰਾਂ ਵਿੱਚ, ਉਹ ਵੀ ਅੱਗ ਹੈ, ਨਰਕਾਂ ਦੀ ਅੱਗ ਹੈ। ਬੇਅੰਤੀ ਤਰ੍ਹਾਂ ਦੀ ਅੱਗ ਹੈ। ਕੇਤੇ ਕਾਨ ਮਹੇਸ਼, ਤੇ ਕਿੰਨੇ ਹੀ ਸਤਿਗੁਰੂ ਮਹਾਰਾਜ ਕਹਿੰਦੇ ਕਾਨ ਕ੍ਰਿਸ਼ਨ ਹਨ, ਔਰ ਕਿੰਨੇ ਹੀ ਮਹੇਸ਼ ਸ਼ਿਵ ਜੀ ਹਨ। ਕੇਤੇ ਕਾਨ ਉਪਾਏ ਸਮਾਏ, ਵਾਹਿਗੁਰੂ ਨੇ ਜਿੱਥੇ ਮਹਾਰਾਜ ਕਹਿੰਦੇ ਕੇਤੇ ਕ੍ਰਿਸ਼ਨ ਸੇ ਕੀਟ ਮੇਟੇ ਉਪਾਏ, ਪਰਮਾਤਮਾ ਨੇ ਕ੍ਰਿਸ਼ਨ ਬੇਅੰਤ ਪੈਦਾ ਕੀਤੇ ਨੇ, ਔਰ ਮਹੇਸ਼ ਸ਼ਿਵ ਜੀ ਵੀ ਬੇਅੰਤ ਹਨ। ਕਾਲ ਪੁਰਖ ਕੀ ਦੇਹ में ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰੱਬ, ਕਰੋੜਾਂ ਹੀ ਪੈਦਾ ਕੀਤੇ ਹੋਏ ਨੇ। ਇਸ ਤਰ੍ਹਾਂ ਕੇਤੇ ਮਹਾਰਾਜ ਕਹਿੰਦੇ ਕਾਨ ਮਹੇਸ਼, ਪਰਮੇਸ਼ਰ ਵਾਹਿਗੁਰੂ ਨੇ ਕ੍ਰਿਸ਼ਨ ਵਰਗੇ ਅਵਤਾਰ ਕਰੋੜਾਂ ਹੀ ਪੈਦਾ ਕੀਤੇ ਹੋਏ ਨੇ, ਤੇ ਕਰੋੜਾਂ ਹੀ ਸਾਧ ਸੰਗਤ ਮਹੇਸ਼ ਸ਼ਿਵ ਜੀ ਹਨ। ਕੇਤੇ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਨੇ, ਉਹ ਵੀ ਬੇਅੰਤ ਹਨ। ਉਹ ਵੀ ਕਹਿਣ ਵਿੱਚ ਨਹੀਂ ਆਉਂਦਾ ਕਿ ਕਿੰਨੇ ਪੈਦਾ ਹਨ। ਮਹੇਸ਼ ਸ਼ਿਵ ਜੀ ਵੀ, ਉਹ ਵੀ ਬੇਅੰਤ ਹਨ। ਕੇਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸਾ। ਫਿਰ ਉੱਥੇ ਦਿਸ ਆਉਂਦਾ ਹੈ ਉਸ ਗਿਆਨ ਖੰਡ ਦੇ ਵਿੱਚ ਕਿ ਇੱਕ ਬ੍ਰਹਮਾ ਨਹੀਂ, ਕੇਤੇ ਹੀ ਬ੍ਰਹਮੇ ਹਨ, ਜਿਹੜੇ ਸੰਸਾਰ ਦੇ ਵਿੱਚ ਘਾੜਤਾਂ ਨੂੰ ਘੜਦੇ ਨੇ। ਜਿੱਥੇ ਮਹਾਰਾਜ ਬਚਨ ਕਰਦੇ ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇਸ਼ ਉਪਾਏ ਸਮਾਏ, ਕੋਟ ਵਿਸ਼ਨ ਕੀਨੇ ਅਵਤਾਰ। ਪਰਮਾਤਮਾ ਨੇ ਕਰੋੜਾਂ ਹੀ ਪੈਦਾ ਕੀਤੇ ਹਨ। ਸਹੰਸ ਮੁਖਨ ਕੋ ਬ੍ਰਹਮਾ ਦੇਖਾ, ਤੋ ਵੀ ਤੇਰਾ ਅੰਤ ਨਾ ਬਸੀਖਾ। ਕਲਗੀਧਰ ਮਹਾਰਾਜ ਸਤਿਗੁਰੂ ਕਹਿੰਦੇ ਇੱਕ ਸਮੇਂ ਚਾਰ ਮੁੱਖਾਂ ਵਾਲਾ ਬ੍ਰਹਮਾ ਬਲਵਾਲਤ ਰਿਖੀ ਹੋਇਆ ਹੈ। ਸਾਧ ਸੰਗਤ ਉਹਦੇ ਦਰਸ਼ਨ ਕਰਨ ਵਾਸਤੇ ਗਿਆ। ਇਹ ਬਹੁਤ ਲੰਮੀ ਉਮਰ ਵਾਲਾ ਰਿਖੀ ਮੰਨਿਆ ਜਾਂਦਾ ਹੈ। ਇਸ ਰਿਖੀ ਨੇ ਜਦੋਂ ਬ੍ਰਹਮਾ ਨੂੰ ਆਪਣੇ ਕੋਲ ਦੇਖਿਆ ਤੇ ਇਹਦਾ ਸਤਿਕਾਰ ਨਾ ਕੀਤਾ।
ਜਿਵੇਂ ਕੋਈ ਸਾਡੇ ਘਰ ਮਿਲਣ ਆਉਂਦਾ ਹੈ, ਉਹ ਵੀ ਸਾਡਾ ਸਤਿਕਾਰ ਕਰਦਾ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਇਸ ਰਿਖੀ ਨੇ ਸੋਚਿਆ ਵੀ ਇਹੋ ਜਿਹੇ ਲੜਕੇ ਤਾਂ ਮੁੰਡੇ ਤਾਂ ਮੇਰੇ ਹੁੰਦਿਆਂ ਕਈ ਰਾਜ ਕਰਕੇ ਖਤਮ ਹੋ ਗਏ, ਮੈਂ ਇਹ ਤੋਂ ਕੀ ਲੈਣਾ। ਤਾਂ ਉਸ ਸਮੇਂ ਬ੍ਰਹਮਾ ਨੂੰ ਵੀ ਹੰਕਾਰ ਹੋ ਗਿਆ ਵੀ ਮੈਂ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹਾਂ। ਜਦੋਂ ਦੋਹਾਂ ਨੂੰ ਹੰਕਾਰ ਹੋ ਗਿਆ ਤੇ ਇੱਕ ਐਸੀ ਪਰਮੇਸ਼ਰ ਵਾਹਿਗੁਰੂ ਨੇ ਹਵਾ ਵਗਾਈ, ਇਹ ਦੋਹੇ ਜਾਣੇ ਉੱਥੇ ਚਲੇ ਗਏ ਜਿੱਥੇ 8 ਮੂੰਹਾਂ ਵਾਲਾ ਬ੍ਰਹਮਾ ਸੀ। ਉਹ ਵੀ ਅੱਗੋਂ ਇਹਨਾਂ ਨੂੰ ਦੇਖ ਕਰਕੇ ਉੱਠਿਆ, ਨਾ ਸਤਿਕਾਰ ਨਾ ਕੀਤਾ। ਤੇ ਜਦੋਂ ਪ੍ਰਮਾਤਮਾ ਨੇ ਦੇਖਿਆ ਵੀ ਇਹ ਤਿੰਨੇ ਹੁਣ ਹੰਕਾਰ ਦੇ ਵਿੱਚ ਹਨ, ਮਾਨ ਵਿੱਚ ਹਨ, ਫਿਰ ਐਸੀ ਹਵਾ ਵਗਾਈ, 16 ਮੁਖਾਂ ਵਾਲੇ ਬ੍ਰਹਮਾ ਕੋਲ ਚਲੇ ਗਏ। ਉਹਨੇ ਵੀ ਅੱਗੋਂ ਸਤਿਕਾਰ ਨਾ ਕੀਤਾ। ਫਿਰ ਪ੍ਰਮਾਤਮਾ ਨੇ ਐਸੀ ਹਵਾ ਵਗਾਈ, ਇਹ ਚਾਰੇ ਜਾਣੇ ਸਾਧ ਸੰਗਤ ਜਿੱਥੇ 32 ਮੂੰਹਾਂ ਵਾਲਾ ਬ੍ਰਹਮਾ ਸੀ ਉੱਥੇ ਚਲੇ ਗਏ। ਇਸ ਤਰ੍ਹਾਂ ਵਾਰੀ-ਵਾਰੀ ਸਾਰਿਆਂ ਨੂੰ ਹੰਕਾਰ ਹੁੰਦਾ ਰਿਹਾ, ਔਰ ਇਹ ਸਾਧ ਸੰਗਤ ਆਪਣੇ ਤੋਂ ਵੱਧ ਮੂੰਹਾਂ ਵਾਲੇ ਬ੍ਰਹਮਿਆਂ ਕੋਲ ਚਲੇ ਜਾਂਦੇ। ਹੌਲੀ-ਹੌਲੀ ਉੱਥੇ ਪਹੁੰਚ ਗਏ ਜਿੱਥੇ 1000 ਮੁਖ ਵਾਲਾ ਬ੍ਰਹਮਾ ਸੀ। ਜਦੋਂ ਉਹਨੇ ਸਾਰਿਆਂ ਨੂੰ ਦੇਖਿਆ ਤੇ ਬੜਾ ਸਤਿਕਾਰ ਕੀਤਾ, ਨਿਮਰਤਾ ਵਿੱਚ ਉੱਠ ਕਰਕੇ ਸਾਰਿਆਂ ਨੂੰ ਪਿਆਰ ਨਾਲ ਬਿਠਾਇਆ। ਕਹਿਣ ਲੱਗਿਆ ਵੀ ਤੁਸੀਂ ਸਾਰੇ ਇੰਨੇ ਜਾਣੇ ਮੈਨੂੰ ਦਰਸ਼ਨ ਦੇਣ ਆ ਗਏ, ਮੈਂ ਤਾਂ ਬਹੁਤ ਚੰਗਾ ਗਾ, ਮੇਰੇ ਬਹੁਤ ਚੰਗੇ ਭਾਗ ਆ, ਬੈਠੋ। ਸਭਾ ਲਵਾਉਣਾ ਕੀਤੀ, ਸਾਧ ਸੰਗਤ ਪਰਮੇਸ਼ਰ ਦਾ ਜਸ ਕੀਤਾ ਤੇ ਪੁੱਛਿਆ ਕਿਵੇਂ, ਕੀ ਗੱਲ ਹੋ ਗਈ, ਇੰਨੇ ਜਾਣੇ ਇਕੱਠੇ ਹੋ ਕੇ ਆ ਗਏ ਹੋ। ਇਹ ਸਾਰੇ ਕਹਿਣ ਲੱਗੇ ਵੀ ਸਾਨੂੰ ਹੰਕਾਰ ਹੋ ਗਿਆ ਸੀ, ਮਾਨ ਹੋ ਗਿਆ ਸੀ, ਔਰ ਪਰਮੇਸ਼ਰ ਨੇ ਸਾਨੂੰ ਐਸੀ ਹਵਾ ਚਲਾਈ, ਉਸ ਹਵਾ ਦੇ ਜ਼ੋਰ ਦੇ ਨਾਲ ਭਟਕਦਿਆਂ ਭਟਕਦਿਆਂ ਤੇਰੇ ਕੋਲ ਪਹੁੰਚ ਗਏ। ਉਹ ਕਹਿੰਦਾ ਹੈ ਤੁਸੀਂ ਹੰਕਾਰ ਕੀਤਾ, ਮਾਨ ਕੀਤਾ, ਪਰਮਾਤਮਾ ਨੇ ਤਾਂ ਮੇਰੇ ਵਰਗੇ ਹਜ਼ਾਰਾਂ ਮੂੰਹਾਂ ਵਾਲੇ ਬ੍ਰਹਮੇ ਵੀ ਪਤਾ ਨਹੀਂ ਆਪਣੇ ਰੋਮ ਰੋਮ ਵਿੱਚ ਕਿੰਨੇ ਰੱਖੇ ਹੋਏ ਨੇ। ਕਲਗੀਧਰ ਸਤਿਗੁਰੂ ਮਹਾਰਾਜ ਬਚਨ ਕਰਦੇ, ਸਹੰਸ ਮੁਖ ਕੋ ਬ੍ਰਹਮਾ ਦੇਖਾ। ਸਹੰਸ ਕਹਿੰਦੇ ਨੇ 1000 ਮੁਖ ਵਾਲਾ। ਜਦੋਂ ਬ੍ਰਹਮਾ ਦੇਖਿਆ ਤੋ ਵੀ ਤੇਰਾ ਅੰਤ ਨਾ ਬਸੇਖਾ, ਹੇ ਪ੍ਰਮਾਤਮਾ ਤਾਂ ਵੀ ਤੇਰਾ ਅੰਤ ਨਹੀਂ ਪਾ ਸਕੇ। ਫਿਰ ਇਹ ਕਹਿਣ ਲੱਗੇ ਮਹਾਰਾਜ ਹੁਣ ਅਸੀਂ ਵਾਪਸ ਕਿਵੇਂ ਜਾਵਾਂਗੇ, ਇੱਥੇ ਤਾਂ ਆ ਗਏ ਹਾਂ। ਫਿਰ ਸਾਧ ਸੰਗਤ ਸਾਰਿਆਂ ਨੇ ਇਕੱਠੇ ਮਿਲ ਕਰਕੇ ਅਰਦਾਸ ਕੀਤੀ। ਸਤਿਗੁਰੂ ਮਹਾਰਾਜ ਸ੍ਰੀ 10ਵੇਂ ਗ੍ਰੰਥ ਅੰਦਰ ਫਰਮਾਉਂਦੇ ਨੇ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀਤੇ ਰਵ ਸੱਸ ਕਰੋੜ ਚਲੇਸ। ਕਰੋੜਾਂ ਹੀ ਬ੍ਰਹਮੇ ਹਨ, ਕਰੋੜਾਂ ਹੀ ਸ਼ਿਵ ਜੀ ਹਨ, ਕਰੋੜਾਂ ਹੀ ਕ੍ਰਿਸ਼ਨ ਹਨ, ਔਰ ਵਾਹਿਗੁਰੂ ਨੇ ਕਿੰਨੇ ਪੈਦਾ ਕਰਕੇ ਖਤਮ ਕਰ ਦਿੱਤੇ ਇਹ ਵੀ ਕਿਹਾ ਨਹੀਂ ਜਾ ਸਕਦਾ। ਜਦੋਂ ਅਰਦਾਸ ਕੀਤੀ ਫਿਰ ਇਹ ਸਾਰੇ ਆਪੋ ਆਪਣੀਆਂ ਥਾਵਾਂ ਤੇ ਪਹੁੰਚ ਗਏ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਇਸ ਅਵਸਥਾ ਦੇ ਵਿੱਚ ਗਿਆਨ ਖੰਡ ਦੇ ਵਿੱਚ ਪਹੁੰਚ ਜਾਂਦਾ ਹੈ, ਉਹਨੂੰ ਫਿਰ ਕੇਤੇ ਬਰਮੇ ਘਾੜਤ ਘੜੀਏ ਇਹ ਨਜ਼ਰ ਆ ਜਾਂਦਾ ਵੀ ਕਿੰਨੇ ਹੀ ਬ੍ਰਹਮੇ ਹਨ ਜਿਹੜੇ ਸੰਸਾਰ ਦੀ ਘਾੜਤ ਨੂੰ ਘੜ ਰਹੇ ਨੇ, ਜੀਵਾਂ ਨੂੰ ਪੈਦਾ ਕਰ ਰਹੇ ਨੇ, ਜੀਵਨ ਦੇ ਰਹੇ ਹਨ। ਰੂਪ ਰੰਗ ਕੇ ਵੇਸ, ਤੇ ਕਿੰਨੇ ਵਾਹਿਗੁਰੂ ਨੇ ਰੂਪ ਪੈਦਾ ਕੀਤੇ ਹੋਏ ਨੇ, ਰੰਗ ਬਣਾਏ ਹੋਏ ਨੇ, ਕਿੰਨੇ ਹੀ ਵੇਸ ਲਿਬਾਸ ਬਣਾਏ ਹੋਏ ਨੇ ਜੀਵਾਂ ਦੇ।
केतिया कर्म भूमि मीर केते, केते तू उपदेश। फिर किन्ने ही कर्म भूमियां ਹਨ ਜਿਹੜੀ ਭਾਰਤ ਵਸ਼ ਹੈ, ਜਿਸ ਭੂਮੀ ਤੇ ਅਸੀਂ ਰਹਿ ਰਹੇ ਹਾਂ ਸਾਧ ਸੰਗਤ, ਇਹਨੂੰ ਕਰਮ ਭੂਮੀ ਆਖਦੇ ਨੇ। ਕਰਮ ਭੂਮੀ ਦਾ ਅਰਥ ਹੈ ਜਿੱਥੇ ਕਰਮ ਕਰ ਸਕੀਦਾ, ਜਿੱਥੇ ਬੰਦਗੀ ਕਰ ਸਕਦੇ ਹਾਂ, ਨਾਮ ਜਪ ਸਕਦੇ ਹਾਂ, ਸੇਵਾ ਸਿਮਰਨ ਕਰ ਸਕਦੇ ਹਾਂ, ਉਹਨੂੰ ਕਰਮ ਭੂਮੀ ਕਹਿੰਦੇ ਨੇ। ਇਹ ਚੁੱਲ੍ਹੇ ਦੀ ਨਿਆਈ ਹੈ। ਜਿਵੇਂ ਘਰ ਦੇ ਵਿੱਚ ਇੱਕ ਥਾਂ ਤੇ ਚੁੱਲ੍ਹਾ ਹੁੰਦਾ ਨਾ, ਉਸ ਚੁੱਲ੍ਹੇ ਤੇ ਭੋਜਨ ਪ੍ਰਸ਼ਾਦਾ ਤਿਆਰ ਹੁੰਦਾ ਤੇ ਉਸ ਘਰ ਵਿੱਚ ਰਹਿਣ ਵਾਲੇ ਸਾਰੇ ਜੀਵ ਉਹ ਪ੍ਰਸ਼ਾਦਾ ਛਕਦੇ ਨੇ। ਚੁੱਲ੍ਹੇ ਵਿੱਚ ਹੀ ਭੋਜਨ ਤਿਆਰ ਕੀਤਾ ਜਾਂਦਾ ਹੈ ਤੇ ਸਾਰੇ ਘਰ ਦੇ ਜੀਅ ਤ੍ਰਿਪਤ ਹੋ ਜਾਂਦੇ। ਇਸ ਤਰ੍ਹਾਂ ਜਿਹੜੀ ਇਹ ਭਾਰਤ ਭੂਮੀ, ਭਾਰਤ ਵਰਸ਼, ਇੱਥੇ ਜੀਵ ਕਰਮ ਕਰਦੇ ਨੇ ਤੇ ਬਾਕੀ ਹੋਰ ਦੇਸ਼ਾਂ ਵਿੱਚ ਜਾ ਕਰਕੇ ਫਿਰ ਉਹਨਾਂ ਕੀਤੇ ਹੋਏ ਕਰਮਾਂ ਦੇ ਫਲ ਨੂੰ ਭੋਗਦੇ। ਅਸੀਂ ਦੇਖਦੇ ਹਾਂ ਹੋਰ ਖੰਡਾਂ ਦੇ ਵਿੱਚ, ਹੋਰ ਦੇਸ਼ਾਂ ਵਿੱਚ ਰਹਿਣ ਵਾਲੇ ਜੀਵ, ਉਹ ਸਾਧ ਸੰਗਤ ਜ਼ਿਆਦਾਤਰ ਖਾਣ ਪੀਣ ਭੋਗਣ ਦੇ ਵਿੱਚ, ਮਾਇਆ ਇਕੱਠੀ ਕਰਨ ਵਿੱਚ ਲੱਗੇ ਹੋਏ ਨੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀਆਂ ਇਹ ਕਰਮ ਭੂਮੀਆਂ ਨੇ, ਇਹ ਵੀ ਇੱਕ ਨਹੀਂ ਹੈ, ਇਹ ਵੀ ਵਾਹਿਗੁਰੂ ਪਰਮੇਸ਼ਰ ਨੇ ਬੇਅੰਤ ਹੀ ਪੈਦਾ ਕੀਤੀਆਂ ਨੇ। ਮੇਰ ਕੀਤੇ, ਮੇਰ ਦਾ ਅਰਥ ਹੈ ਸਮੇਰ ਪਰਬਤ। ਸਮੇਰ ਪਰਬਤ ਸੋਨੇ ਦਾ ਮੰਨਿਆ ਜਾਂਦਾ ਹੈ। ਔਰ ਇਹ ਕਥਨ ਹੈ ਕਿ ਜਿਵੇਂ ਛਤਰੀ ਹੁੰਦੀ ਹੈ ਨਾ, ਉੱਪਰੋਂ ਚੌੜੀ ਹੁੰਦੀ ਹੈ, ਹੇਠੋਂ ਡੰਡਾ ਹੁੰਦਾ ਹੈ, ਇਸ ਤਰ੍ਹਾਂ 48,000 ਯੋਜਨ ਇਹ ਉੱਪਰ ਨੂੰ ਹੈ ਔਰ 18,000 ਯੋਜਨ ਇਹ ਧਰਤੀ ਨੂੰ ਹੇਠਾਂ ਵੱਲ ਹੈ ਔਰ ਇਹ ਸੋਨੇ ਦਾ ਹੈ। ਸਤਿਗੁਰੂ ਕਹਿੰਦੇ ਸਮੇਰ ਪਰਬਤ ਦੀ ਤਰ੍ਹਾਂ ਉੱਚੇ ਪਰਬਤ, ਸੋਨੇ ਦੇ ਪਰਬਤ, ਉਹ ਵੀ ਕਿੰਨੇ ਹਨ ਕਹੇ ਨਹੀਂ ਜਾ ਸਕਦੇ। ਕਿਤੇ ਧੂ ਉਪਦੇਸ਼, ਤੇ ਕਿਤਨੇ ਹੀ ਧੂ ਭਗਤ ਧਰੂ ਹਨ, ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਨੇ। ਜੇ ਭਗਤ ਧਰੂ ਜੀ ਨੂੰ ਜਦੋਂ ਆਪਣਾ ਘਰ ਛੱਡ ਕਰਕੇ ਜੰਗਲ ਵੱਲ ਜਾ ਰਹੇ ਸਨ, ਰਸਤੇ ਵਿੱਚ ਨਾਰਦ ਮੁਨੀ ਜੀ ਨੇ ਉਪਦੇਸ਼ ਕੀਤਾ ਸੀ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਬੇਅੰਤ ਹੀ ਧਰੂ ਹਨ ਤੇ ਉਹਨਾਂ ਨੂੰ ਉਪਦੇਸ਼ ਦੇਣ ਵਾਲੇ ਵੀ ਬੇਅੰਤ ਨਾਰਦ ਮੁਨੀ ਨੇ। ਕੇਤੇ ਧੂ ਉਪਦੇਸ਼, ਧਰੁਵ ਤਾਰੇ ਵੀ ਬੇਅੰਤ ਹਨ ਤੇ ਇਸੇ ਤਰ੍ਹਾਂ ਹੀ ਜਿਹੜੇ ਉਪਦੇਸ਼ ਦੇਣ ਵਾਲੇ ਹਨ, ਉਪਦੇਸ਼ ਕੀਤੇ ਹੋਏ ਹਨ, ਉਹ ਵੀ ਮਹਾਰਾਜ ਕਹਿੰਦੇ ਬੇਅੰਤ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਇਹ ਭਾਈ ਕਿਤਨੇ ਹੀ ਇੰਦਰ ਹਨ। ਇੰਦ ਜਿਹੜੇ ਇੰਦਰ ਪਦਵੀ ਨੂੰ ਪ੍ਰਾਪਤ ਹੋਏ ਹਨ ਤੇ ਚੰਦ ਚੰਦਰਮਾ ਹਨ, ਉਹ ਵੀ ਕਹੇ ਨਹੀਂ ਜਾ ਸਕਦੇ ਕਿੰਨੇ ਹਨ। ਸੂਰ ਸੂਰਜ ਵੀ ਕਿਤਨੇ ਹਨ, ਇਹ ਵੀ ਆਖੇ ਨਹੀਂ ਜਾ ਸਕਦੇ। ਕੇਤੇ ਮੰਡਲ ਦੇਸ਼, ਕਿਤਨੇ ਹੀ ਮੰਡਲ ਗੋਲਾਕਾਰ ਜਿਹੜੇ ਦੇਸ਼ ਹਨ। 400 ਕੋਹ ਦਾ ਗੋਲਾਕਾਰ ਆਕਾਰ ਦੇਸ਼ ਨੂੰ ਮੰਡਲ ਆਖਿਆ ਜਾਂਦਾ ਹੈ ਤੇ ਇਹ ਵੀ ਕਿਤਨੇ ਹਨ ਕਹੇ ਨਹੀਂ ਜਾ ਸਕਦੇ। ਕਿਤਨੇ ਹੀ ਮਹਾਰਾਜ ਕਹਿੰਦੇ ਦੇਸ਼ ਹਨ ਜਿੱਥੇ ਜੀਵ ਵਸਦੇ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕਿਤਨੇ ਹੀ ਸਿੱਧ ਹਨ, ਸਿੱਧੀਆਂ ਨੂੰ ਪ੍ਰਾਪਤ ਕਰਨ ਵਾਲੇ, ਕਿਤਨੇ ਹੀ ਸਿੱਧ ਮੁਕਤੀ ਨੂੰ ਪ੍ਰਾਪਤ ਕਰਨ ਵਾਲੇ ਹਨ। ਨਾਥ ਤੇ ਕਿਤਨੇ ਹੀ ਨਾਥ ਹਨ। 84 ਸਿੱਧ ਮੰਨੇ ਜਾਂਦੇ ਨੇ, 9 ਨਾਥ ਮੰਨੇ ਜਾਂਦੇ ਨੇ ਤੇ ਬੁੱਧ ਮੰਨੇ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਬੇਅੰਤ ਹਨ, ਗਿਣਤੀ ਵਿੱਚ ਨਹੀਂ, ਇਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ ਉਸ ਅਵਸਥਾ ਦੇ ਵਿੱਚ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ।
ਤੇ ਕਿਤਨੀਆਂ ਹੀ ਦੇਵੀਆਂ ਹਨ ਤੇ ਕਿੰਨੇ ਹੀ ਵੇਸ ਹਨ ਉਹਨਾਂ ਦੇ ਵੀ। ਕੋਈ ਕਿਹੋ ਜਿਹੀ ਦੇਵੀ ਮੰਨੀ ਜਾਂਦੀ ਹੈ, ਕੋਈ ਕਿਹੋ ਜਿਹੀ, ਜਿਵੇਂ 9 ਕਰੋੜ ਦੁਰਗਾ ਮੰਨੀਆਂ ਜਾਂਦੀਆਂ ਨੇ, ਇਸ ਤਰ੍ਹਾਂ ਹੀ ਹੋਰ ਬੇਅੰਤ ਦੇਵੀਆਂ ਨੇ। ਕੇਤੇ ਦੇਵ ਦਾਨਵ ਮਨ ਕੇਤੇ, ਕੇਤੇ ਰਤਨ ਸੰਬੰਧ। ਕਿੰਨੇ ਹੀ ਸਤਿਗੁਰੂ ਮਹਾਰਾਜ ਕਹਿੰਦੇ ਦੇਵਤੇ ਹਨ। ਅਸੰਗ ਰਹਿਣ ਵਾਲੇ ਜਿਹੜੇ ਅਜਾਨ ਸੰਗਿਆ ਵਾਲੇ ਦੇਵਤੇ, ਸਾਧ ਸੰਗਤ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ 33 ਕਰੋੜ ਦੇਵਤੇ ਮੰਨੇ ਜਾਂਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਯੁੱਧ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ ਤੇ ਦੇਵਗਤੀ ਨੂੰ ਪ੍ਰਾਪਤ ਹੁੰਦੇ, ਨਰ ਦੇਵਤੇ ਆਖੇ ਜਾਂਦੇ। ਮਹਾਰਾਜ ਕਹਿੰਦੇ ਇਹ ਵੀ ਕਿੰਨੇ ਹਨ, ਕਹੇ ਨਹੀਂ ਜਾ ਸਕਦੇ। ਦਾਨਵ 45 ਪਦਮ ਦਾਨਵ ਦੈਂਤ ਮੰਨੇ ਜਾਂਦੇ ਨੇ, ਪਰ ਇਹ ਵੀ ਕਿੰਨੇ ਹਨ, ਹੋਰ ਵੀ ਬੇਅੰਤ, ਉਹ ਵੀ ਆਖੇ ਨਹੀਂ ਜਾ ਸਕਦੇ। ਮਨ ਕੀਤੇ ਤੇ ਕਿੰਨੇ ਮਨ ਨੂੰ ਮੁੰਨਣ ਵਾਲੇ ਹਨ, ਜਿਹੜੇ ਰਿਖੀ ਹਨ। ਜਿਹੜੇ ਰਿਖੀ ਸਾਧ ਸੰਗਤ ਕੁਝ ਸਮਾਂ ਜੰਗਲਾਂ ਵਿੱਚ ਰਹਿਣ, ਤਪੱਸਿਆ ਕਰਨ, ਤੇ ਕੁਝ ਸਮਾਂ ਸੰਸਾਰ ਦੇ ਵਿੱਚ ਪਿੰਡਾਂ ਵਿੱਚ ਵਿਚਰ ਕੇ ਲੋਕਾਂ ਨੂੰ ਉਪਦੇਸ਼ ਦੇਣ, ਉਹ ਮੁਨੀ ਹੁੰਦੇ ਹਨ, ਮਨ ਨੂੰ ਮੁੰਨਣ ਵਾਲੇ। ਉਹ ਵੀ ਕਿੰਨੇ ਮਹਾਰਾਜ ਕਹਿੰਦੇ ਕਹਿਆ ਨਹੀਂ ਜਾ ਸਕਦਾ। ਕੇਤੇ ਰਤਨ ਸੰਬੰਧ, ਤੇ ਕਿਤਨੇ ਹੀ ਰਤਨਾਂ ਦੇ ਸਮੁੰਦਰ ਹਨ। ਕਿੰਨੇ ਹੀ ਰਤਨ ਹਨ, ਜਿਵੇਂ 14 ਰਤਨ ਮੰਨੇ ਜਾਂਦੇ ਨੇ ਸਮੁੰਦਰ ਵਿੱਚੋਂ ਨਿਕਲੇ ਹੋਏ। ਇਹ ਵੀ ਮਹਾਰਾਜ ਕਹਿੰਦੇ ਕਿੰਨੇ ਹਨ, ਕਹੇ ਨਹੀਂ ਜਾ ਸਕਦੇ। ਤੇ ਸਮੁੰਦਰ ਕਿੰਨੇ ਹਨ, ਇਹ ਵੀ ਭਾਈ ਆਖਿਆ ਨਹੀਂ ਜਾ ਸਕਦਾ। ਖੀਰ ਸਮੁੰਦਰ ਹੈ, ਖਾਰਾ ਸਮੁੰਦਰ ਹੈ, ਇਸ ਤਰ੍ਹਾਂ ਹੀ ਸ਼ਹਿਦ ਦਾ ਸਮੁੰਦਰ ਮੰਨਿਆ ਜਾਂਦਾ ਹੈ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਇਹ ਸਿੱਧੋ ਕਿੰਨੀਆਂ ਖਾਣੀਆਂ ਨੇ, 4 ਖਾਣੀਆਂ ਮੰਨੀਆਂ ਜਾਂਦੀਆਂ ਨੇ, ਅੰਡਜ, ਜੀਰਜ, ਸੀਤਜ, ਉਤਪਜ। ਪਰ ਮਹਾਰਾਜ ਕਹਿੰਦੇ ਹੋਰ ਪ੍ਰਮਾਤਮਾ ਨੇ ਕਿੰਨੀਆਂ ਖਾਣੀਆਂ ਪੈਦਾ ਕੀਤੀਆਂ ਨੇ ਸੰਸਾਰ ਦੇ ਵਿੱਚ, ਇਹ ਵੀ ਆਖਿਆ ਨਹੀਂ ਜਾ ਸਕਦਾ। ਕੇਤੀਆ ਬਾਣੀ, ਤੇ ਕਿੰਨੀਆਂ ਬਾਣੀਆਂ ਹਨ। 4 ਬਾਣੀਆਂ ਮੰਨੀਆਂ ਜਾਂਦੀਆਂ ਨੇ, ਪਰਾ, ਮੱਧਮਾ, ਵੈਖਰੀ, ਬਸੰਤੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਕਿੰਨੀਆਂ ਨੇ, ਆਖੀਆਂ ਨਹੀਂ ਜਾ ਸਕਦੀਆਂ। ਕੇਤੇ ਪਾਤ ਨਰਿੰਦ, ਤੇ ਕਿੰਨੇ ਹੀ ਪਾਤ ਰਾਜੇ ਹਨ। ਕਿਤਨੇ ਹੀ ਜਿਹੜੇ ਤਖਤਾਂ ਤੇ ਬੈਠਣ ਵਾਲੇ, ਜਿਹੜੇ ਰਾਜ ਭਾਗ ਨੂੰ ਪ੍ਰਾਪਤ ਕਰਕੇ ਸੁੱਖ ਭੋਗਦੇ ਨੇ। ਕੇਤੇ ਪਾਤ ਨਰਿੰਦ, ਪਾਤ ਕਹਿੰਦੇ ਨੇ ਤਖਤ ਨੂੰ, ਨਰਿੰਦ ਕਹਿੰਦੇ ਨੇ ਪਾਤਸ਼ਾਹ ਰਾਜੇ ਨੂੰ। ਕਿੰਨੇ ਹੀ ਹਨ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨ ਅੰਤ। ਹੇ ਭਾਈ ਕਿੰਨੀਆਂ ਹੀ ਸੁਰਤੀਆਂ ਹਨ। ਸਾਧ ਸੰਗਤ 1 ਲੱਖ ਵੇਦਾਂ ਦੀਆਂ ਸੁਰਤੀਆਂ ਮੰਨੀਆਂ ਜਾਂਦੀਆਂ ਨੇ, ਪਰ ਮਹਾਰਾਜ ਕਹਿੰਦੇ ਸੁਰਤੀਆਂ ਕਿੰਨੀਆਂ ਹਨ, ਇਹ ਵੀ ਨਹੀਂ ਕਿਹਾ ਜਾ ਸਕਦਾ। ਫਿਰ ਜਿਹੜੀ ਸੁਰਤੀ ਹੈ, ਨਿੰਦਰਾ, ਵਿਪਰਜੈ, ਇਸ ਤਰ੍ਹਾਂ ਇਹ ਵੀ ਮਹਾਰਾਜ ਕਹਿੰਦੇ ਕਿੰਨੀਆਂ ਹਨ, ਕਹੀਆਂ ਨਹੀਂ ਜਾ ਸਕਦੀਆਂ। ਸੇਵਕ ਕੀਤੇ, ਤੇ ਕਿੰਨੇ ਭਾਈ ਸੇਵਕ ਹਨ ਪਰਮਾਤਮਾ ਦੇ ਬਣੇ ਹੋਏ, ਉਹ ਵੀ ਨਹੀਂ ਆਖਿਆ ਜਾ ਸਕਦਾ। ਨਾਨਕ ਅੰਤ ਨਾ ਅੰਤ, ਸਤਿਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਹੈ ਸਿੱਧੋ, ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜਾ ਪਰਮਾਤਮਾ ਦਾ, ਉਹਦੀ ਕੁਦਰਤ ਦਾ ਅੰਤ ਪਾਉਣਾ ਚਾਹੁੰਦਾ ਹੈ, ਉਹਦਾ ਆਪਣਾ ਅੰਤ ਹੋ ਜਾਂਦਾ ਹੈ। ਉਹ ਆਪਣਾ ਜੀਵਨ ਸਾਰਾ ਹੀ ਬਤੀਤ ਕਰ ਲੈਂਦਾ ਹੈ, ਪਰ ਅੱਗੋਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਇਹ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਧਰਮ ਖੰਡ ਦੇ ਵਿੱਚੋਂ ਗਿਆਨ ਖੰਡ ਵਿੱਚ ਆ ਜਾਂਦੇ ਨੇ, ਉਹਨਾਂ ਦੀ ਅਵਸਥਾ ਆਖੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਧਰਮ ਖੰਡ ਕਾ ਇਹੋ ਧਰਮ। ਧਰਮ ਕੀ ਹੈ? ਜਿਹੜਾ ਜੀਵਨ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਵਿੱਚ ਆਪਣੇ ਜੀਵਨ ਨੂੰ ਘੜ ਲੈਂਦਾ ਹੈ। ਜਿਹਨੇ ਆਪਣੇ ਅੰਦਰ ਗੁਣ ਧਾਰਨ ਕੀਤੇ ਨੇ,
ਹਿਰਦੇ ਵਿੱਚ ਧਰਮ ਨੂੰ ਵਸਾਉਣਾ ਕੀਤਾ ਹੈ। ਧਰਮ ਜਿੱਥੇ ਉਹ ਸਾਰਿਆਂ ਤੇ ਦਇਆ ਕਰਦਾ ਹੈ, ਆਪਣੇ ਜੀਵਨ ਨੂੰ ਇੱਕ ਸੇਧ ਨਾਲ ਚਲਾਉਂਦਾ ਹੈ, ਉਹਦਾ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਅੱਗੇ ਕਰਮ ਦੱਸਦੇ ਹਾਂ। ਗਿਆਨ ਖੰਡ ਕਾ ਆਖੋ ਕਰਮ, ਜਿਹੜੇ ਗਿਆਨਵਾਨ ਨੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਜਿਨ੍ਹਾਂ ਨੂੰ ਗੁਰੂ ਨੇ ਧਰਮ ਵੀ ਦਿੱਤਾ ਹੈ ਤੇ ਗਿਆਨ ਵੀ ਦਿੱਤਾ ਹੈ। ਉਸ ਗਿਆਨ ਖੰਡ ਵਿੱਚ, ਗਿਆਨ ਖੰਡ ਨਾਮ ਹੁੰਦਾ ਹਿੱਸੇ ਦਾ, ਜਿਹਦੇ ਕੋਲ ਗਿਆਨ ਹਿਰਦੇ ਵਿੱਚ ਪ੍ਰਾਪਤ ਹੋਇਆ ਹੈ, ਉਸ ਦੇ ਹਿੱਸੇ ਕੀ ਆਇਆ? ਆਖੋ ਕਰਮ। ਮਹਾਰਾਜ ਕਹਿੰਦੇ ਉਹ ਕਰਮ ਤੁਹਾਨੂੰ ਆਖਣ ਲੱਗੇ ਆ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਹੇ ਭਾਈ, ਉਹਨਾਂ ਗੁਰਮੁਖਾਂ ਨੂੰ ਕੇਤੇ ਪਵਨ ਪਾਣੀ ਵੈ ਸੰਤਰ, ਇਹ ਦਿਸ ਆਉਂਦਾ ਹੈ ਕਿ ਸੰਸਾਰ ਦੇ ਵਿੱਚ ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਨੇ, ਪੌਣ ਆਹਾਰੀ ਹਨ, ਸਵਾਸਾਂ ਨੂੰ ਚੜਾਉਣ ਵਾਲੇ ਸਿੱਧ ਹਨ, ਪ੍ਰਾਣਾਯਾਮ ਕਰਨ ਵਾਲੇ, ਜਾਂ ਜਿਹੜੇ ਪਵਨ ਦੀ ਤਰ੍ਹਾਂ ਨਿਰਲੇਪ ਰਹਿੰਦੇ ਨੇ, ਉਹ ਕਿੰਨੇ ਹੀ ਹਨ। ਪਾਣੀ ਦੀ ਤਰ੍ਹਾਂ ਜਿਨ੍ਹਾਂ ਦਾ ਜੀਵਨ ਉਜਲ ਹੋ ਚੁੱਕਿਆ ਹੈ, ਪਾਣੀ ਦੀ ਤਰ੍ਹਾਂ ਜਿਹੜੇ ਰਜੋਗੁਣੀ ਸੁਭਾਅ ਵਾਲੇ ਹਨ, ਪਾਣੀ ਦੀ ਤਰ੍ਹਾਂ ਜਿਹੜੇ ਸਾਧ ਸੰਗਤ ਹਿਰਦੇ ਨੂੰ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪਰਮੇਸ਼ਰ ਦੇ ਨਾਮ ਰੂਪ ਰੰਗ ਦੇ ਨਾਲ ਧੋਣ ਵਾਲੇ ਨੇ, ਉਹ ਵੀ ਕਿੰਨੇ ਮਹਾਂਪੁਰਖ ਹਨ। ਵੈ ਸੰਤਰ, ਜਿਨ੍ਹਾਂ ਦੇ ਅੰਦਰ ਅੱਗ ਦੀ ਤਰ੍ਹਾਂ ਚਾਨਣ ਹੋ ਗਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਪਾਪਾਂ ਨੂੰ ਨਾਮ ਰੂਪ ਤਿੱਲੀ ਦੇ ਨਾਲ ਸਾੜ ਦੇਣਾ ਕੀਤਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਨਕਾ ਮਾਤਰ ਵਾਹਿਗੁਰੂ ਦਾ ਨਾਮ ਵਸਾਉਣਾ ਕੀਤਾ, ਉਹ ਵੀ ਮਹਾਰਾਜ ਕਹਿੰਦੇ ਬੇਅੰਤ ਹਨ, ਕਿੰਨੇ ਇਹ ਕਿਹਾ ਨਹੀਂ ਜਾ ਸਕਦਾ। ਕੇਤੇ ਕਾਨ ਮਹੇਸ਼, ਫਿਰ ਉਹਨਾਂ ਨੂੰ ਕੇਤੇ ਕਾਨ, ਜਿਹੜੇ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਕੌਤਕ ਕਰਨ ਵਾਲੇ ਨੇ, ਪਹਿਲਾਂ ਅਵਤਾਰਾਂ ਦੇ ਵਿੱਚ ਆਏ ਨੇ, ਉਹ ਵੀ ਕਿੰਨੇ ਨਜ਼ਰ ਆ ਜਾਂਦੇ ਨੇ। ਤੇ ਮਹੇਸ਼, ਫਿਰ ਉਹਨਾਂ ਨੂੰ ਕਿਤਨੇ ਹੀ ਮਹੇਸ਼ ਸਾਧ ਸੰਗਤ ਨਜ਼ਰ ਆ ਜਾਂਦੇ ਨੇ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖ, ਜਦੋਂ ਬੋਪਾ ਰਾਏ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਵਿਦਿਆਰਥੀ ਰੂਪ ਵਿੱਚ ਪੜ੍ਹਨ ਵਾਸਤੇ ਆਏ ਸਨ, ਸੇਵਾ ਕਰਦੇ ਹੁੰਦੇ ਸੀ। ਇੱਕ ਦਿਨ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਕਰਦਿਆਂ ਦਿਵ ਦ੍ਰਿਸ਼ਟੀ ਖੁੱਲ ਗਈ, ਤੇ ਵੱਡੇ ਮਹਾਂਪੁਰਖਾਂ ਨੂੰ ਜਾ ਕੇ ਬੇਨਤੀ ਕੀਤੀ, ਜੀ ਮੈਨੂੰ ਇਸ ਤਰ੍ਹਾਂ ਸਾਰਾ ਕੁਝ ਬੇਅੰਤ ਹੀ ਨਜ਼ਰ ਆਈ ਜਾਂਦਾ ਹੈ। ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਤੇਰੇ ਪਿਛਲੇ ਜਨਮ ਦੀ ਕਮਾਈ ਹੈ, ਤੇ ਫਿਰ ਤੇਰੇ ਅੰਦਰ ਇੱਛਾ ਹੋਵੇਗੀ ਦੇਖਣ ਵਾਸਤੇ। ਫਿਰ ਨਾਲ ਹੀ ਕਹਿਣਾ ਕੀਤਾ ਕਿ ਇਹ ਇੱਕ ਅਵਸਥਾ ਹੁੰਦੀ ਹੈ, ਜਦੋਂ ਹਿਰਦਾ ਸਾਫ਼ ਹੋ ਜਾਂਦਾ ਹੈ ਨਾ, ਫਿਰ ਹਿਰਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜਿਵੇਂ ਬਚਨ ਕਰਦੇ, ਕੋਟ ਬ੍ਰਹਮੰਡੇ ਸੋਈ, ਜਿਹੜਾ ਕਰੋੜਾਂ ਹੀ ਬ੍ਰਹਮੰਡ ਹਿਰਦੇ ਵਿੱਚ ਨਜ਼ਰ ਆ ਜਾਂਦੇ, ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਉਹਨੂੰ ਦਿਸ ਆਉਂਦੇ ਨੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਕਰੋੜਾਂ ਹੀ ਮਹੇਸ਼, ਕਰੋੜਾਂ ਹੀ ਕਾਨ ਜਿਹੜੇ ਕ੍ਰਿਸ਼ਨ ਜੀ ਹਨ, ਤੇ ਕਰੋੜਾਂ ਹੀ ਮਹੇਸ਼ ਸ਼ਿਵ ਜੀ ਹਨ, ਉਹ ਉਹਨਾਂ ਨੂੰ ਨਜ਼ਰ ਆ ਜਾਂਦੇ ਨੇ। ਕੇਤੇ ਬਰਮੇ ਘਾੜਤ ਘੜੀ ਰਹੇ, ਰੂਪ ਰੰਗ ਕੇ ਵੇਸ, ਫਿਰ ਇਹ ਦਿਸ ਆਉਂਦਾ ਕਿ ਕਿਤਨੇ ਹੀ ਬ੍ਰਹਮੇ ਹਨ, ਬ੍ਰਹਮਿਆਂ ਦੀ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹਨ, ਉਹ ਆਪਣੇ ਜੀਵਨ ਦੀ ਘਾੜਤ ਕਰ ਰਹੇ ਨੇ।
ਆਪਣੇ ਅੰਦਰ ਗੁਣ ਵਸਾ ਰਹੇ ਨੇ। ਇਹ ਵੀ ਕਿੰਨੇ ਹਨ, ਰੂਪ ਰੰਗ ਕੇ ਵੇਸ, ਤੇ ਕਿੰਨੇ ਹੀ ਰੂਪ ਹਨ ਭਗਤਾਂ ਦੇ ਜਿਹੜੇ ਗਿਆਨਵਾਨ, ਉਹਨਾਂ ਦੀ ਅਵਸਥਾ ਦੇ ਕਿੰਨੇ ਰੂਪ ਹਨ। ਕੋਈ ਤਾਂ ਸਾਧ ਸੰਗਤ ਜਤੀ ਹੈ, ਕੋਈ ਸਤੀ ਹੈ, ਕੋਈ ਤਿਆਗੀ ਹੈ, ਕੋਈ ਵਿਰਾਗੀ ਹੈ। ਕਿੰਨੇ ਹੀ ਰੂਪ ਬਣੇ ਹੋਏ ਨੇ। ਕੋਈ ਸੇਵਕ ਹੈ, ਕੋਈ ਸੰਤ ਹੈ, ਕੋਈ ਭਗਤ ਹੈ, ਕੋਈ ਜੋਗੀ ਬਣਿਆ ਹੋਇਆ ਹੈ, ਕੋਈ ਤਪੀਸ਼ਰ ਹੈ, ਕੋਈ ਰਿਖੀ ਹੈ, ਕੋਈ ਮੁਨੀ ਹੈ। ਕਿੰਨੇ ਰੂਪ ਹਨ ਪਰਮੇਸ਼ਰ ਦੇ ਭਗਤਾਂ ਦੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਅਗਿਆਨੀ ਪੁਰਖ ਹੁੰਦਾ, ਅਗਿਆਨੀ ਪੁਰਖ 1000 ਇਕੱਠੇ ਕਰ ਲਓ, ਉਹਨਾਂ ਦਾ ਕਦੇ ਵੀ ਸਿਧਾਂਤ ਇੱਕ ਨਹੀਂ ਹੋਵੇਗਾ, ਉਹਨਾਂ ਦੀ ਰਾਏ ਇੱਕ ਨਹੀਂ ਹੁੰਦੀ, ਉਹਨਾਂ ਦੇ ਵਿਚਾਰ ਹਮੇਸ਼ਾ ਵੱਖੋ ਵੱਖਰੇ ਹੁੰਦੇ ਨੇ। ਭਾਵੇਂ 2 ਹੋਣ, ਭਾਵੇਂ 5 ਹੋਣ, ਭਾਵੇਂ 100 ਹੋਣ, ਭਾਵੇਂ 1000 ਹੋਣ। ਜਿਹੜੇ ਅਗਿਆਨੀ ਹਨ ਉਹਨਾਂ ਦੇ ਕਦੇ ਵਿਚਾਰ ਨਹੀਂ ਮਿਲਦੇ। ਪਰ ਜਿਹੜੇ ਗਿਆਨਵਾਨ ਹਨ ਉਹ ਭਾਵੇਂ 1 ਹੋਵੇ, ਭਾਵੇਂ 2 ਹੋਣ, ਭਾਵੇਂ 100 ਹੋਵੇ, ਭਾਵੇਂ 1000 ਹੋਣ, ਉਹਨਾਂ ਦਾ ਸਿਧਾਂਤ ਇੱਕੋ ਹੀ ਹੁੰਦਾ ਹੈ। ਉਹਨਾਂ ਦੇ ਅੰਦਰ ਦੀ ਅਵਸਥਾ ਇੱਕ ਹੀ ਹੁੰਦੀ ਹੈ। ਦੇਖੋ ਜਿਵੇਂ ਕੋਈ ਸੰਸਾਰੀ ਇਕੱਠ ਹੁੰਦਾ ਹੈ ਨਾ, ਉੱਥੇ ਕੋਈ ਪ੍ਰਚਾਰ ਕਰ ਰਿਹਾ ਹੋਵੇ ਤੇ ਸ਼ੰਕਾ ਕਰਨ ਵਾਲੇ ਹਜ਼ਾਰਾਂ ਹੁੰਦੇ ਨੇ ਵੀ ਇਹ ਤਾਂ ਐ ਬੋਲੀ ਜਾਂਦਾ, ਇਹਨੇ ਗਲਤ ਕਹਿਤਾ, ਇੱਥੋਂ ਇਹ ਕਮੀ ਕਰ ਗਿਆ। ਜਿੱਥੇ ਪਰਮਾਤਮਾ ਦੀ ਸੰਗਤ ਹੁੰਦੀ ਹੈ, ਗੁਰੂ ਦੀ ਸੰਗਤ ਹੁੰਦੀ ਹੈ, ਸਾਧ ਸੰਗਤ, ਉੱਥੇ ਹਜ਼ਾਰਾਂ ਭਾਵੇਂ ਬੈਠੇ ਹੋਣ, ਭਾਵੇਂ ਲੱਖਾਂ ਬੈਠੇ ਹੋਣ, ਭਾਵੇਂ 10 ਹੋਣ, ਭਾਵੇਂ 100 ਹੋਣ, ਉਹਨਾਂ ਸਾਰਿਆਂ ਦੇ ਵਿਚਾਰ ਇੱਕੋ ਜਿਹੇ ਹੁੰਦੇ ਨੇ। ਕਿਉਂਕਿ ਗਿਆਨਵਾਨ ਦੀ ਅਵਸਥਾ ਜਿਹੜੀ ਪਰਮਾਤਮਾ ਦੇ ਸਰੂਪ ਨੂੰ ਕਥਨ ਕਰਦੀ ਹੈ, ਸਤ ਚਿੱਤ ਆਨੰਦ ਸਰੂਪ ਜਿਹੜਾ ਧਰਮ ਹੈ ਨਾ ਸੱਚਾ, ਉਹਦੀ ਉਹਦੀ ਗਿਆਨ ਦੀ ਜਿਹੜੀ ਪੌੜੀ ਹੈ ਜਾਂ ਗਿਆਨ ਖੰਡ ਹੈ ਜਿਹੜਾ ਉਹਨੂੰ ਕਥਨ ਕਰਨਾ ਹੈ, ਉਹ ਇੱਕੋ ਹੈ। ਉੱਥੇ ਮਹਾਰਾਜ ਕਹਿੰਦੇ ਅਸਲ ਤੱਤ ਰਹਿ ਜਾਂਦਾ ਹੈ, ਦੂਸਰੀ ਵਿਚਾਰ ਖਤਮ ਹੋ ਜਾਂਦੀ ਹੈ, ਸ਼ੰਕੇ ਮਿਟ ਜਾਂਦੇ ਨੇ। ਤਾਂ ਇਸ ਤਰ੍ਹਾਂ ਜਿਹੜਾ ਗਿਆਨਵਾਨ ਹੈ ਉਹਦੇ ਵਿਚਾਰਾਂ ਦੇ ਵਿੱਚ ਗਿਆਨਵਾਨ ਦੇ ਮਹਾਰਾਜ ਕਹਿੰਦੇ ਭਾਵੇਂ ਉਹ ਕਿੰਨੇ ਹੀ ਹੋਣ, ਉਹ ਇੱਕ ਪਰਮਾਤਮਾ ਹੁੰਦਾ ਹੈ। ਰੂਪ ਰੰਗ ਕੇ ਵੇਸ, ਤੇ ਕਿਤਨੇ ਹੀ ਉੱਥੇ ਮਹਾਰਾਜ ਕਹਿੰਦੇ ਉਹਨਾਂ ਨੂੰ ਰੰਗ ਦਿਸਦੇ ਨੇ। ਪਰਮਾਤਮਾ ਨੇ ਕਿੰਨੇ ਰੰਗਾਂ ਦੇ ਵਿੱਚ ਸ੍ਰਿਸ਼ਟੀ ਪੈਦਾ ਕੀਤੀ ਹੋਈ। ਰੰਗ ਨਾਮ ਪ੍ਰੇਮ ਦਾ ਵੀ ਹੁੰਦਾ ਹੈ। ਕੋਈ ਪਰਮਾਤਮਾ ਨੂੰ ਕਿਸ ਅਵਸਥਾ ਵਿੱਚ ਪ੍ਰੇਮ ਕਰ ਰਿਹਾ ਹੈ, ਕੋਈ ਕਿਸ ਅਵਸਥਾ ਵਿੱਚ, ਕੋਈ ਦਿਲੋਂ ਪ੍ਰੇਮ ਕਰ ਰਿਹਾ ਹੈ, ਕੋਈ ਬਾਹਰੀ ਦਿਖਾਵੇ ਦਾ ਪ੍ਰੇਮ ਕਰ ਰਿਹਾ ਹੈ, ਕਿਸੇ ਅੰਦਰ ਥੋੜਾ ਪ੍ਰੇਮ ਹੈ, ਕਿਸੇ ਅੰਦਰ ਬਹੁਤਾ ਪ੍ਰੇਮ ਹੈ। ਇਹਦੇ ਵੇਸ ਵੀ ਮਹਾਰਾਜ ਕਹਿੰਦੇ ਵੱਖੋ ਵੱਖਰੇ ਨੇ, ਕਹੇ ਨਹੀਂ ਜਾ ਸਕਦਾ। ਕੀਤੀਆ ਕਰਮ ਭੂਮੀ ਮੇਰ ਕੀਤੇ, ਕੀਤੇ ਤੂੰ ਉਪਦੇਸ਼। ਕੀਤੀਆਂ ਕਿੰਨੀਆਂ ਹੀ ਮਹਾਰਾਜ ਕਹਿੰਦੇ ਕਰਮ ਭੂਮੀਆਂ ਨੇ ਜਿੱਥੇ ਨਾਮ ਜਪਣ ਵਾਲੇ ਪਰਮਾਤਮਾ ਦੇ ਪਿਆਰੇ ਨੇ। ਕਰਮ ਭੂਮੀ ਜਿਨ੍ਹਾਂ ਦੀ ਕਰਮ ਨਾਮ ਹੁੰਦਾ ਸ੍ਰੇਸ਼ਟ ਕਰਮ, ਜਿਹੜਾ ਬੁੱਧੀ ਵਿੱਚ ਪਿਆ ਹੋਇਆ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਸੰਸਾਰ ਵਿੱਚ ਵਿਚਰਦਿਆਂ ਵੀ ਸ੍ਰੇਸ਼ਟ ਕਰਮ ਕਰਦੇ ਨੇ। ਜਿੱਥੇ ਮਹਾਰਾਜ ਬਚਨ ਕਰਦੇ ਹਨ, ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਾਰੀਆਂ ਕਿਰਿਆ ਵਿੱਚੋਂ ਸ੍ਰੇਸ਼ਟ ਕਿਰਿਆ ਕਿਹੜੀ ਹੈ? ਜਿਹੜੀ ਸਾਧ ਸੰਗਤ ਵਿੱਚ ਆ ਕਰਕੇ ਆਪਣੀ ਭੈੜੀ ਮੱਤ ਛੱਡਦੇ ਨੇ। ਸਾਰੀ ਕਿਰਿਆ ਵਿੱਚੋਂ ਸ੍ਰੇਸ਼ਟ ਕਿਰਿਆ ਹੈ। ਹੁਣ ਕਿਰਿਆ ਤਾਂ ਕਿੰਨੇ ਤਰ੍ਹਾਂ ਦੀਆਂ ਨੇ। ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਵਪਾਰ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਡਾਕਟਰੀ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਕਿਰਤ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ। ਪਰ ਸਾਰਿਆਂ ਤੋਂ ਸ੍ਰੇਸ਼ਟ ਕਿਰਿਆ ਕਿਹੜੀ ਹੈ? ਮਹਾਰਾਜ ਕਹਿੰਦੇ ਜਿਹੜੀ
ਸਾਧ ਸੰਗਤ ਵਿੱਚ ਆ ਕੇ ਆਪਣੀ ਭੈੜੀ ਮੱਤ ਛੱਡਦੇ ਨੇ, ਬੁਰੇ ਖਿਆਲ ਔਗਣ ਤਿਆਗਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜਿਹੜੀ ਕਰਮਾਂ ਦੀ ਭੂਮੀ ਬਣ ਜਾਂਦੀ ਹੈ, ਹਿਰਦਾ, ਮਹਾਰਾਜ ਕਹਿੰਦੇ ਉਹ ਵੀ ਕਿੰਨੇ ਪ੍ਰਕਾਰ ਦੀ, ਕਿੰਨੀਆਂ ਨੇ ਭਗਤਾਂ ਦੇ ਮੇਰ ਤੇ ਉਹਨਾਂ ਦਾ ਉੱਚਾ ਜੀਵਨ ਹੈ। ਕੇਤੇ ਧੂ ਉਪਦੇਸ਼, ਤੇ ਕਿੰਨੇ ਹੀ ਮਹਾਰਾਜ ਕਹਿੰਦੇ ਫਿਰ ਧੂ ਆਪਣੇ ਮਨ ਨੂੰ ਪਰਮਾਤਮਾ ਦੇ ਉਪਦੇਸ਼ ਨਾਲ ਧੂਣ ਵਾਲੇ ਨੇ। ਜਿਵੇਂ ਅਸੀਂ ਕਹਿੰਦੇ ਹਾਂ ਆਹ ਚੀਜ਼ ਨੂੰ ਧੂ ਕੇ ਲੈ ਚੱਲ, ਇਸ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਵਿੱਚ ਧੂਣ ਵਾਲੇ ਨੇ, ਖਿੱਚ ਕੇ ਲਿਆਉਣ ਵਾਲੇ ਨੇ। ਉਹ ਵੀ ਕਿੰਨੇ ਹੀ ਨੇ, ਕੇਤੇ ਇੰਦ ਚੰਦ ਸੂਰ, ਕੇਤੇ ਮੰਡਲ ਦੇਸ, ਕੇਤੇ ਕਿੰਨੇ ਹੀ ਸਤਿਗੁਰੂ ਮਹਾਰਾਜ ਕਹਿੰਦੇ ਇੰਦ ਨਾਮ ਹੈ ਵਿਰਾਗ ਦਾ। ਜਿੱਥੋਂ ਸਾਧ ਸੰਗਤ ਹਿਰਦੇ 'ਚ ਵਿਰਾਗ ਪੈਦਾ ਹੁੰਦਾ ਹੈ। ਚੰਦ ਸੂਰ ਕਹਿੰਦੇ ਨੇ ਗਿਆਨ ਨੂੰ, ਹਿਰਦੇ ਵਿੱਚ ਗਿਆਨ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਵੀ ਕਿੰਨੇ ਹੀ ਨੇ, ਤੇ ਕਿੰਨੇ ਹੀ ਉਹ ਹਨ ਜਿਨ੍ਹਾਂ ਦੇ ਹਿਰਦੇ 'ਚ ਵਿਰਾਗ ਹੈ, ਤੇ ਕਿੰਨੇ ਹੀ ਉਹ ਹਨ ਜਿਹੜੇ ਇੰਦਰ ਦੀ ਤਰ੍ਹਾਂ ਆਪਣੇ ਸਰੂਪ ਰੂਪ ਤਖਤ ਤੇ ਬੈਠਣ ਵਾਲੇ ਨੇ। ਕੇਤੇ ਮੰਡਲ ਦੇਸ, ਤੇ ਕਿੰਨੇ ਹੀ ਮਹਾਰਾਜ ਕਹਿੰਦੇ ਜਿਹੜੇ ਆਪਣੇ ਅੰਤਸ਼ਕਰਨ ਰੂਪ ਦੇਸ਼ ਦੇ ਵਿੱਚ ਜਿਹੜਾ ਗੋਲਾਕਾਰ ਹੈ ਸਿੱਧੀ ਪ੍ਰਾਪਤ ਕਰਨ ਵਾਲੇ ਨੇ। ਉਹਨਾਂ ਨੇ ਉੱਥੋਂ ਗਿਆਨ ਵੀ ਪ੍ਰਾਪਤ ਕੀਤਾ ਹੈ ਹਿਰਦੇ ਦੇ ਵਿੱਚ, ਤੇ ਵਿਰਾਗ ਵੀ ਪ੍ਰਾਪਤ ਕੀਤਾ। ਕੇਤੇ ਸਿੱਧ ਬੁੱਧ ਨਾਥ, ਕੇਤੇ ਦੇਵੀ ਵੇਸ, ਕਿਤਨੇ ਹੀ ਗੁਰਮੁਖ ਗਿਆਨਵਾਨ ਜਿਹੜੇ ਸਾਧ ਸੰਗਤ ਆਪਣੇ ਜੀਵਨ ਨੂੰ ਸਿੱਧ ਕਰ ਲੈਂਦੇ ਨੇ, ਜਿੱਤ ਲੈਣਾ ਕਰਦੇ ਨੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ। ਉਹਨਾਂ ਨੂੰ ਆਤਮ ਸ਼ੈਣੀ ਬੁੱਧ ਪ੍ਰਾਪਤ ਹੋਈ ਹੈ, ਤੇ ਨਾਥ ਉਹ ਆਪਣੇ ਸਰੀਰ ਦੇ ਮਾਲਕ ਬਣ ਜਾਂਦੇ ਨੇ। ਕਿੱਥੇ ਤਾਂ ਸਰੀਰ ਦੇ ਵਿਸ਼ੇ ਮਾਲਕ ਬਣੇ ਰਹਿੰਦੇ ਨੇ, ਤੇ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਉਹ ਫਿਰ ਆਪਣੇ ਮਨ ਦਾ ਮਾਲਕ ਬਣ ਜਾਂਦਾ ਹੈ ਆਪਣੇ ਸਰੂਪ ਦੇ ਵਿੱਚ ਤਖਤ ਤੇ ਬੈਠ ਕਰਕੇ। ਕੇਤੀ ਦੇਵੀ ਵੇਸ, ਤੇ ਕਿਤਨੇ ਮਹਾਰਾਜ ਕਹਿੰਦੇ ਭਾਈ ਐਸੇ ਗੁਰਮੁਖ ਹਨ ਜਿਹੜੇ ਆਪਣੇ ਅੰਦਰੋਂ ਜਿਹੜੀਆਂ ਇੰਦਰੀਆਂ ਰੂਪ ਦੇਵੀਆਂ ਨੂੰ ਵਾਹਿਗੁਰੂ ਦੇ ਨਾਮ ਰੂਪ ਵੇਸ ਦੇ ਵਿੱਚ ਬਦਲਣ ਵਾਲੇ ਨੇ, ਅਸਲ ਵੇਸ ਵਿੱਚ ਬਦਲਣ ਵਾਲੇ ਨੇ। ਅੱਖਾਂ ਨੂੰ ਸਾਧ ਸੰਗਤ ਦੇ ਦਰਸ਼ਨ ਕਰਾਉਂਦੇ ਨੇ, ਜਿਹੜੀਆਂ ਇੰਦਰੀਆਂ ਨੇ, ਜਿਹੜੇ ਕੰਨ ਨੇ, ਉਹਨਾਂ ਨੂੰ ਗੁਰੂ ਦਾ ਜਸ ਸੁਣਾਉਣ ਵਿੱਚ ਲਾਉਂਦੇ ਨੇ, ਜਿਹੜੇ ਪੈਰ ਨੇ ਉਹਨਾਂ ਨੂੰ ਸਾਧ ਸੰਗਤ ਚੱਲ ਕੇ ਜਾਣ ਵਾਸਤੇ ਪ੍ਰੇਰਿਤ ਕਰਦੇ ਨੇ, ਆਪਣੀਆਂ ਇੰਦਰੀਆਂ ਨੂੰ ਵਾਹਿਗੁਰੂ ਵਾਲੇ ਪਾਸੇ ਲਾਉਂਦੇ ਨੇ। ਉਹ ਵੀ ਗਿਆਨਵਾਨ। ਕੇਤੇ ਦੇਵ ਦਾਨ ਮਨ ਕੇਤੇ, ਕਿਤਨੇ ਹੀ ਜਿਹੜੇ ਦੇਵ ਹਨ। ਦੇਵ ਨਾਮ ਹੈ ਸਾਧ ਸੰਗਤ ਜਿੱਥੇ ਮਹਾਰਾਜ ਕਹਿੰਦੇ ਮਾਨਸ ਤੇ ਦੇਵਤੇ ਕੀਏ, ਜਿਹੜਾ ਮਾਨਸ ਤੋਂ ਦੇਵਤਾ ਬਣ ਜਾਣਾ ਹੈ, ਆਪਣਾ ਜੀਵਨ ਪਰਉਪਕਾਰੀ ਬਣਾ ਲੈਣਾ ਹੈ, ਸਰਲ ਜੀਵਨ ਬਣਾ ਲੈਣਾ ਹੈ, ਨਿਮਰਤਾ ਵਾਲਾ, ਸਹਿਜ ਅਵਸਥਾ ਵਾਲਾ। ਉਹ ਗੁਰਮੁਖ ਜਿਹੜੇ ਆਪਣੇ ਜੀਵਨ ਨੂੰ ਸੁੱਚਾ ਉੱਚਾ ਬਣਾ ਲੈਂਦੇ ਨੇ। ਜਿਵੇਂ ਦੇਵਤੇ ਬਣੀਦਾ ਹੈ ਪੁੰਨ ਕਰਕੇ, ਤੇ ਮਹਾਰਾਜ ਕਹਿੰਦੇ ਉਹ ਆਪਣੇ ਜੀਵਨ ਦਾ ਹੀ ਪੁੰਨ ਕਰ ਦਿੰਦੇ ਨੇ। ਦਾਨਵ, ਤੇ ਆਪਣੇ ਅੰਦਰੋਂ ਜਿੰਨੇ ਦਾਨਵ ਨਾਮ ਹੈ ਜਿਹੜੀ ਆਸਰੀ ਸੰਪਤਾ ਹੈ, ਮਨ, ਉਹਨੂੰ ਮੁੰਨਣ ਵਾਲੇ ਨੇ, ਕੱਟਣ ਵਾਲੇ ਨੇ। ਜਿੱਥੇ ਭਗਤ ਕਬੀਰ ਜੀ ਕਹਿੰਦੇ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਮੁੰਨਣਾ ਕਿਹਨੂੰ ਹੈ? ਮਨ ਨੂੰ, ਵਿਸ਼ਿਆਂ ਵੱਲੋਂ। ਤਾਂ ਉਹ ਸਾਧ ਸੰਗ ਜਿਹੜੇ ਆਪਣੇ ਅੰਦਰੋਂ ਆਸਰੀ ਸੰਪਤਾ ਨੂੰ ਮੁੰਨਣ ਵਾਲੇ ਹਨ। ਕੇਤੇ ਰਤਨ ਸਮੰਦ, ਫਿਰ ਉਹਨਾਂ ਨੂੰ ਕਿਤਨੇ ਹੀ ਰਤਨ ਗਿਆਨ ਪ੍ਰਾਪਤ ਹੋ ਜਾਂਦੇ ਨੇ, ਹਿਰਦੇ ਚੋਂ ਵਿਰਾਗ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰੇਮ ਲਾਲ ਪ੍ਰਾਪਤ ਹੋ ਜਾਂਦਾ ਹੈ, ਨਾਮ ਰੂਪ ਹੀਰਾ ਪ੍ਰਾਪਤ ਹੋ ਜਾਂਦਾ ਹੈ। ਰਤਨ ਨੇ ਨਾ। ਸਮੁੰਦ
ਤੇ ਉਹ ਸਮੁੰਦਰ ਦੀ ਤਰ੍ਹਾਂ ਗਿਆਨਵਾਨ ਵਿਸ਼ਾਲ ਹੋ ਜਾਂਦੇ। ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਕਿਤਨੀਆਂ ਹੀ ਮਹਾਰਾਜ ਕਹਿੰਦੇ ਐਸੀਆਂ ਖਾਣੀਆਂ ਨੇ ਜਿਨ੍ਹਾਂ ਨੇ ਬੇਅੰਤ ਹੀ ਭਗਤ ਪੈਦਾ ਕੀਤੇ ਨੇ। ਇੱਕ ਤਾਂ ਜਿਹੜੀ ਸਾਧ ਸੰਗਤ, ਜਿਵੇਂ ਦੇਖੋ ਮਨੁੱਖ ਇਹਦੇ ਵਿੱਚ ਕਿੰਨੇ ਭਗਤ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ। ਕਾਕ ਭਸੁੰਡ ਜਾਂ ਹੋਰ ਇਸ ਤਰ੍ਹਾਂ ਦੇ ਭਗਤ ਮੰਨੇ ਜਾਂਦੇ ਨੇ। ਜਿਵੇਂ ਸਾਧ ਸੰਗਤ ਵਸ਼ਿਸ਼ਟ ਮੁਨੀ ਜੀ ਜਦੋਂ ਕਾਕ ਭਸੁੰਡ ਕੋਲ ਗਏ ਨੇ ਤੇ ਪੁੱਛਿਆ ਤੇਰੀ ਕਿੰਨੀ ਲੰਮੀ ਉਮਰ ਹੈ? ਉਹ ਕਹਿੰਦਾ ਮੇਰੀ ਉਮਰ ਦੇ ਵਿੱਚ 12 ਰਾਮਚੰਦਰ ਗੁਜ਼ਰ ਗਏ ਨੇ ਤੇ 16 ਕ੍ਰਿਸ਼ਨ ਅਵਤਾਰ ਲੈ ਕਰਕੇ ਖਤਮ ਹੋ ਗਏ ਨੇ, ਇੰਨੀ ਮੇਰੀ ਲੰਮੀ ਉਮਰ ਹੈ। ਮਹਾਰਾਜ ਕਹਿੰਦੇ ਐਸੀਆਂ ਖਾਣੀਆਂ ਵੀ ਕਿਤਨੀਆਂ ਨੇ। ਕੇਤੀਆ ਬਾਣੀ, ਤੇ ਕਿੰਨੀਆਂ ਹੀ ਬਾਣੀਆਂ ਨੇ ਜਿਹ 'ਚ ਉਪਦੇਸ਼ ਹੁੰਦਾ ਹੈ। ਵੱਖੋ ਵੱਖਰੇ ਦੇਸ਼ਾਂ ਦੀਆਂ ਵੱਖੋ ਵੱਖਰੀਆਂ ਬਾਣੀਆਂ ਬੋਲੀਆਂ ਨੇ। ਕੇਤੇ ਪਾਤ ਨਰਿੰਦ, ਤੇ ਕਿੰਨੇ ਹੀ ਮਹਾਰਾਜ ਕਹਿੰਦੇ ਪਾਤ ਆਪਣੇ ਸਰੂਪ ਰੂਪ ਤਖਤ ਤੇ ਬੈਠਣ ਵਾਲੇ ਭਗਤ ਰੂਪ ਨਰਿੰਦ ਪਾਤਸ਼ਾਹ ਹਨ, ਜਿਹੜੇ ਨਾਨਕ ਰਹਿਣ ਰਜਾਈ ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਨੇ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਉਹ ਪਾਤਸ਼ਾਹ ਦੇ ਪਾਤਸ਼ਾਹ ਬਣ ਜਾਂਦੇ। ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਕਿਤਨੀਆਂ ਹੀ ਮਹਾਰਾਜ ਕਹਿੰਦੇ ਸੁਰਤੀਆਂ ਸੇਵਕ ਕੀਤੇ। ਸੁਰਤੀ ਨਾਮ ਹੈ ਸੋ ਸ੍ਰੇਸ਼ਟ ਪ੍ਰੀਤੀ ਨੂੰ ਕਰਨ ਵਾਲੇ ਜਿਹੜੇ ਸੇਵਕ ਹਨ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਹੈ, ਭਰੋਸਾ ਹੈ। ਜਿਹੜੇ ठाकुर का सेवक आज्ञाकारी, ठाकुर का सेवक सदा पुजारी, ठाकुर के सेवक कै मन प्रतीत, ठाकुर के सेवक की निर्मल रीत। इस तरह वाहिगुरु के सेवक बने हुए ने, हिरदे विच प्रीत है, सुरत उन्हां दे अंदर ज्ञात है वाहिगुरु के स्वरूप दी। नानक अंत न अंत, महाराज कहंदे ऐसे ज्ञानवानां दा भी अंत नहीं आउंदा। जे कोई अंत पाउण लगदा है ਤਾਂ ਉਹਦਾ ਅੰਤ ਹੋ ਜਾਂਦਾ। ਇਹ ਗਿਆਨਵਾਨ ਦੀ ਅਵਸਥਾ ਕਥਨ ਕੀਤੀ ਹੈ। ਇੱਥੇ ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਗਿਆਨ ਖੰਡ ਦੇ ਵਿੱਚ ਗੁਰਮੁਖਾਂ ਨੂੰ ਕਿੰਨਾ ਹੀ ਸਭ ਕੁਝ ਦਿਸ ਆਉਂਦਾ ਹੈ ਸਾਧ ਸੰਗਤ, ਉਹ ਦੱਸਿਆ ਹੈ। ਸੋ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ ਦੇਣੀ। ਕੇਤੀਆ ਖਾਣੀ ਕੇਤੀਆ ਬਾਣੀ केते पात नरिंद, केतिया सुरती सेवक केते नानक अंत न अंत। वाहिगुरु जी का खालसा, वाहिगुरु जी की फतेह।